ਕੀ पंजाब के ਵੱਡੇ सियासतदान प्रकाश सिंह बादल ते सुखबीर बादल हो गए ने गरीब? की ਵਪਾਰ 'ਚ पै गया ਵੱਡਾ घाटा? क्योंकि 2022 ਦੀਆਂ ਚੋਣਾਂ ਵਿੱਚ ਪਿਓ ਪੁੱਤ ने पार्टी फंड 'ਚੋਂ ਲਏ 60 ਲੱਖ रुपए। 97 ਉਮੀਦਵਾਰਾਂ 'ਚੋਂ 95 ਉਮੀਦਵਾਰ क्यों रह गए फंड लैन 'ਚ फाड़ी? ਅੱਜ ਦੀ इस खास रिपोर्ट ਵਿੱਚ ਤੁਹਾਨੂੰ ਦੱਸਾਂਗੇ कि आखिरकार सूबे ਦੇ 5 ਵਾਰ ਰਹੇ ਮੁੱਖ ਮੰਤਰੀ ਤੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ जो कि ਵੱਡੇ ਸਿਆਸਤਦਾਨ ਮੰਨੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਪਾਰਟੀ ਤੋਂ ਫੰਡ ਕਦੋਂ ਲਿਆ, ਕਿਉਂ ਲਿਆ ਔਰ ਕਿਵੇਂ ਖਰਚਿਆ ਔਰ ਕਿੰਨਾ ਖਰਚਿਆ ਔਰ ਬਾਕੀ ਰਕਮ ਦਾ ਹਿਸਾਬ ਦਿੱਤਾ ਜਾਂ ਨਹੀਂ ਦਿੱਤਾ। ਅਸੀਂ ਗੱਲ ਕਰ ਰਹੇ ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ, ਜਿਹੜੀ ਕਿ ਚੋਣਾਂ ਲੰਘ ਕੇ ਗਈਆਂ। ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਬਸਪਾ ਦੇ ਨਾਲ ਸੀ। 20 ਸੀਟਾਂ ਦੇ ਉੱਤੇ ਬਸਪਾ ਚੋਣ ਲੜੀ ਔਰ ਬਾਕੀ 97 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜੀ। 97 ਉਮੀਦਵਾਰਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਕੇਵਲ 2 ਉਮੀਦਵਾਰ ਸੀ ਜਿਨ੍ਹਾਂ ਨੂੰ ਪਾਰਟੀ ਦੇ ਖਾਤੇ ਵਿੱਚੋਂ HDFC ਦਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਖਾਤਾ ਹੈ ਉਸ ਦੇ ਵਿੱਚੋਂ 60 ਲੱਖ ਰੁਪਈਆ ਪਿਓ ਪੁੱਤ ਨੂੰ ਦਿੱਤਾ ਗਿਆ, ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ 30 ਲੱਖ ਰੁਪਏ ਤੇ 30 ਲੱਖ ਰੁਪਏ ਦੀ ਰਕਮ ਹੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਪ੍ਰਾਪਤ ਕੀਤੀ। ਔਰ ਉਹਨਾਂ ਨੂੰ ਇਹ ਰਕਮ ਕਿਉਂ ਲੈਣੀ ਪੈ ਗਈ? क्योंकि 2022 ਦੀਆਂ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਦੱਸਿਆ ਐਫੀਡੇਵਿਟ ਦੇ ਜ਼ਰੀਏ ਕਿ ਜਿਸ ਵਿੱਚ 202 ਕਰੋੜ ਦੇ ਉਹ ਮਾਲਕ ਨੇ ਚੱਲ ਤੇ ਅਚਲ ਜਾਇਦਾਦ ਦੇ, ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਤਕਰੀਬਨ 15 ਕਰੋੜ ਚੱਲ ਤੇ ਅਚਲ ਜਾਇਦਾਦ ਦੇ ਮਾਲਕ ਨੇ। ਫਿਰ ਉਹਨਾਂ ਨੇ ਚੋਣਾਂ ਲੜਨ ਦੇ ਲਈ 30 ਲੱਖ ਰੁਪਏ ਪਾਰਟੀ ਫੰਡ 'ਚ ਕਿਉਂ ਲਏ? ਬਾਕੀ ਦੇ 97 ਉਮੀਦਵਾਰਾਂ ਵਿੱਚੋਂ 95 ਉਮੀਦਵਾਰ ਸੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ, ਉਹ ਸਧਾਰਨ ਪਰਿਵਾਰਾਂ ਦੇ ਨਾਲ ਵੀ ਸੰਬੰਧ ਰੱਖਦੇ ਨੇ, ਉਹਨਾਂ ਨੂੰ ਇਹ ਫੰਡ ਨਹੀਂ ਦਿੱਤਾ ਗਿਆ। ਇਹ ਫੈਸਲਾ ਕਿਸ ਦਾ ਸੀ ਔਰ ਕਿਸ ਨੇ ਦਸਤਖਤ ਕੀਤੇ, ਇਹ ਸਾਰੀ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਹਲਕਾ ਲੰਬੀ ਤੋਂ 2022 ਦੇ ਵਿੱਚ ਚੋਣ ਲੜੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਉਹਨਾਂ ਨੂੰ ਲੱਗਿਆ ਕਿ ਮੈਨੂੰ ਪਾਰਟੀ ਦੇ ਵਿੱਚੋਂ ਫੰਡ ਲੈਣ ਦੀ ਜ਼ਰੂਰਤ ਹੈ, ਤਾਂ ਉਹਨਾਂ ਨੇ 30 ਲੱਖ ਰੁਪਏ ਦਾ ਚੈੱਕ ਲੈ ਲਿਆ। ਉਸ ਤੋਂ ਬਾਅਦ ਜਲਾਲਾਬਾਦ ਹਲਕੇ ਤੋਂ ਚੋਣ ਸੁਖਬੀਰ ਸਿੰਘ ਬਾਦਲ ਨੇ ਵੀ ਉਸੇ ਦੌਰਾਨ ਲੜੀ ਔਰ 30 ਲੱਖ ਰੁਪਏ ਹੀ ਉਹਨਾਂ ਨੇ ਲੈ ਲਏ। ਔਰ ਇੱਕੋ ਪਰਿਵਾਰ ਦੇ ਵਿੱਚ ਇੱਕੋ ਪਾਰਟੀ ਤੋਂ 30 ਲੱਖ ਔਰ 30 ਲੱਖ ਦੀ ਰਕਮ ਕੁੱਲ ਰਕਮ ਹੋ ਗਈ 60 ਲੱਖ ਰੁਪਏ। 60 ਲੱਖ ਰੁਪਏ ਉਹਨਾਂ ਨੇ ਲੈ ਲਏ ਔਰ ਉਸ ਤੋਂ ਬਾਅਦ ਜਿਹੜੀ ਇਹ ਰਕਮ ਦਿੱਤੀ ਗਈ ਉਹ ਰਿਕਾਰਡ ਦੱਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ HDFC ਖਾਤੇ ਦੇ ਵਿੱਚੋਂ 1 ਫਰਵਰੀ 2022 ਨੂੰ ਉਹਨਾਂ ਦੇ ਕੋਲ ਚਲੀ ਗਈ ਔਰ ਪਾਰਟੀ ਦਾ ਔਰ ਚੋਣ ਪ੍ਰਚਾਰ ਕਰਨ ਦੇ ਲਈ ਉਹਨਾਂ ਨੇ ਉਹ ਰਕਮ ਨੂੰ ਵਰਤਿਆ। ਉਸ ਦੇ ਵਿੱਚੋਂ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੱਥ ਕਿ ਚੋਣਾਂ ਦੇ ਵਿੱਚ ਜਿਹੜੀ ਖਰਚੀ ਗਈ ਰਾਸ਼ੀ ਹੈ ਉਹ ਤਕਰੀਬਨ ਦੋਵਾਂ ਦੇ ਵੱਲੋਂ 17 ਲੱਖ ਰੁਪਏ ਖਰਚੀ ਗਈ, ਯਾਨੀ ਕਿ 30 ਲੱਖ ਰੁਪਏ ਲਏ, ਉਸ ਦੇ ਵਿੱਚੋਂ 17 ਲੱਖ ਰੁਪਏ ਚੋਣਾਂ ਦੇ ਉੱਤੇ ਖਰਚ ਦਿੱਤੇ ਗਏ। ਬਾਕੀ 13 ਲੱਖ ਰੁਪਏ ਆ ਜਿਹੜਾ ਉਸ ਦਾ ਹਿਸਾਬ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਦਿੱਤਾ ਜਾਂ ਨਹੀਂ ਦਿੱਤਾ ਇਹ ਪਾਰਟੀ ਨੂੰ ਪਤਾ ਹੈ, ਇਹ ਹਾਲੇ ਤੱਕ ਸਾਨੂੰ ਨਹੀਂ ਪਤਾ। ਪਰ ਜਿਹੜੀ ਗੱਲ ਪਤਾ ਹੈ ਉਹ ਤੱਥਾਂ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਗਲੀ ਗੱਲ ਕਿ 17 ਲੱਖ ਰੁਪਏ ਤਾਂ ਖਰਚ ਲਏ ਗਏ ਔਰ ਇਸ ਦੇ ਨਾਲ ਹੀ ਤੁਹਾਨੂੰ ਜਿਵੇਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਦੱਸਿਆ ਕਿ ਉਹ ਉਹਨਾਂ ਚੋਣਾਂ ਦੇ ਦੌਰਾਨ ਕਿੰਨੀ ਪ੍ਰਾਪਰਟੀ ਕਿੰਨੀ ਜਾਇਦਾਦ ਦੇ ਮਾਲਕ ਨੇ। ਜੇਕਰ ਇੱਕ ਉਮੀਦਵਾਰ ਦੇ ਕੋਲ ਆਪਣੀ ਜਾਇਦਾਦ ਹੈ ਜਿਹੜੀ 202 ਕਰੋੜ ਰੁਪਏ ਹੈ ਤਾਂ ਉਸ ਨੂੰ ਪਾਰਟੀ ਦੇ ਵਿੱਚੋਂ ਫੰਡ ਲੈਣ ਦੀ ਜ਼ਰੂਰਤ ਕਿਉਂ ਪੈ ਜਾਂਦੀ ਹੈ? ਕਿ ਉਹ ਗਰੀਬ ਸੀ? ਹਾਲੇ ਵੀ ਗਰੀਬ ਸਮਝਦੇ ਸੀ। ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ 5 ਵਾਰ ਮੁੱਖ ਮੰਤਰੀ ਰਹੇ ਨੇ ਸੂਬੇ ਦੇ, ਉਹਨਾਂ ਦੀ ਵੀ ਜਾਇਦਾਦ ਜਿਹੜੀ ਦੱਸੀ ਗਈ ਆ ਕਾਗਜ਼ਾਂ ਦੇ ਅੰਦਰ ਉਹ 15 ਕਰੋੜ ਰੁਪਏ ਹੈ, ਤਾਂ ਉਹਨਾਂ ਨੂੰ ਵੀ ਲੋੜ ਪੈ ਗਈ 30 ਲੱਖ ਰੁਪਏ ਪਾਰਟੀ ਤੋਂ ਲੈਣ ਦੀ। ਹਾਲਾਂਕਿ ਬਾਕੀ 95 ਉਮੀਦਵਾਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਿਕਾਰਡ ਦੱਸ ਰਿਹਾ ਔਰ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਦਿੱਤੇ ਗਏ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਔਰ ਸਾਬਕਾ MLA ਨੇ NK ਸ਼ਰਮਾ, ਉਹਨਾਂ ਦਾ ਇਹ ਕਹਿਣਾ ਹੈ, ਹੁਣ ਤੱਕ ਇੱਕ ਮੀਡੀਆ ਅਦਾਰੇ ਨੂੰ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਕਿ ਇਹ ਪਾਰਟੀ ਦਾ ਫੈਸਲਾ ਸੀ ਕਿ ਉਹਨਾਂ ਨੂੰ ਇਹ ਫੰਡ ਦੇਣਾ, ਉਹਨਾਂ ਨੇ ਤਾਂ ਸਿਰਫ ਦਸਤਖਤ ਹੀ ਕੀਤੇ ਸੀ ਇੱਕ ਖਜ਼ਾਨਚੀ ਦੇ ਤੌਰ ਤੇ। ਔਰ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਇਹ ਸਾਰਾ ਰਿਕਾਰਡ ਹੈ ਇਹ ਔਨ ਰਿਕਾਰਡ ਹੈ ਔਰ ਇਸ ਦੇ ਨਾਲ ਹੀ ਇਹ ਸਾਰੀ ਜਾਣਕਾਰੀ ਹੈ ਉਹ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ। ਸਾਰੇ ਅੰਕੜੇ ਚੋਣ ਕਮਿਸ਼ਨ ਦੇ ਕੋਲ ਨਸ਼ਰ ਵੀ ਕੀਤੇ ਗਏ ਨੇ। ਹੁਣ ਗੱਲ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਅਸੀਂ ਜਾਇਦਾਦ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਔਰ ਵੱਡਾ ਜਿਹੜਾ ਕਾਰੋਬਾਰ ਹੈ ਪੰਜਾਬ ਦੇ ਅੰਦਰ
ਚਾਹੇ ਹੋਟਲਾਂ ਦੀ ਗੱਲ ਹੋਵੇ ਜਾਂ ਫਿਰ ਉਸ ਸੁੱਖ ਵਿਲਾਸ ਦੀ ਗੱਲ ਕਰੀਏ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਆਖਿਆ ਕਿ ਆਖਰਕਾਰ ਇਹ ਬਣਿਆ ਕਿਵੇਂ ਜੰਗਲਾਤ ਮਹਿਕਮੇ ਵਾਲੀ ਥਾਂ ਦੇ ਉੱਤੇ। ਔਰ ਦੂਜੇ ਪਾਸੇ ਜਦੋਂ ਇਹ ਚੈਲੰਜ ਕੀਤਾ ਗਿਆ ਕਿ ਜਿਹੜੀ ਇਹ ਪ੍ਰਾਪਰਟੀ ਬਣਾਈ ਗਈ ਕਿਸ ਤਰੀਕੇ ਨਾਲ ਬਣਾਈ ਗਈ, ਉਹਨਾਂ ਨੇ ਇਹ ਵੀ ਦਾਅਵਾ ਕੀਤਾ ਮੁੱਖ ਮੰਤਰੀ ਨੇ ਕਿ ਉਹ ਫਾਈਲਾਂ ਵੀ ਅਸੀਂ ਜਲਦ ਖੋਲ੍ਹਣ ਜਾ ਰਹੇ ਹਾਂ। ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਦੇ ਸਾਹਮਣੇ ਆ ਕੇ ਖੁੱਲ੍ਹ ਕੇ ਕਿਹਾ ਕਿ ਅਸੀਂ ਕੁਝ ਵੀ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਬਣਾਇਆ, ਜਿੰਨੀ ਜਾਇਦਾਦ ਬਣਾਈ ਹੈ ਉਹ ਆਪਣੀ ਕਮਾਈ ਦੇ ਨਾਲ ਬਣਾਈ ਹੈ, ਮਿਹਨਤ ਦੇ ਨਾਲ ਬਣਾਈ ਹੈ ਔਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਇੱਕ ਪਾਸੇ ਤਾਂ ਇਹ ਬਿਆਨਬਾਜ਼ੀ ਹੈ, ਪਰ ਦੂਜੇ ਪਾਸੇ ਜਿਹੜਾ ਇਹ ਅੰਕੜਾ ਬੋਲ ਰਿਹਾ ਕਿ ਕਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਔਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕੋ ਹੀ ਪਰਿਵਾਰ ਦੇ 2 ਉਮੀਦਵਾਰਾਂ ਨੇ ਪਾਰਟੀ ਦੇ ਫੰਡ ਦੇ ਵਿੱਚੋਂ 60 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ, ਜਿਸ ਦੇ ਵਿੱਚੋਂ 17 ਲੱਖ ਰੁਪਏ ਚੋਣ ਪ੍ਰਚਾਰ ਤੇ ਖਰਚਿਆ ਗਿਆ ਔਰ 13 ਲੱਖ ਰੁਪਏ ਦਾ ਜਿਹੜਾ ਬਚੀ ਰਾਸ਼ੀ ਹੈ ਉਸ ਦਾ ਹਿਸਾਬ ਕਿਤਾਬ ਦੇ ਕੇ ਪਾਰਟੀ ਨੂੰ ਮੋੜਿਆ ਗਿਆ ਕਿ ਨਹੀਂ ਮੋੜਿਆ ਗਿਆ, ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲੀ। ਪਰ ਵੱਡੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਨੇ ਜਿਹੜਾ ਇੱਕ ਉਮੀਦਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਰਾਸ਼ੀ ਖਰਚਣ ਦਾ ਵੀ ਇੱਕ ਫਾਰਮੂਲਾ ਤੈਅ ਕੀਤਾ ਗਿਆ। ਜਿਹੜੀਆਂ ਛੋਟੇ ਸੂਬੇ ਨੇ ਉਹਨਾਂ ਦੇ ਵਿੱਚ ਰਾਸ਼ੀ ਹੋਰ ਰੱਖੀ ਗਈ ਹੈ, ਪਰ ਪੰਜਾਬ ਸਮੇਤ ਜਿਹੜੇ ਹੋਰ ਕਈ ਵੱਡੇ ਸੂਬੇ ਨੇ ਉਸ ਦੇ ਵਿੱਚ ਇਹ ਰਾਸ਼ੀ ਪਹਿਲਾਂ ਇੱਕ ਉਮੀਦਵਾਰ ਨੂੰ 28 ਲੱਖ ਰੁਪਈਆ ਰੱਖੀ ਗਈ ਸੀ, ਪਰ ਬਾਅਦ ਵਿੱਚ ਅਮੈਂਡਮੈਂਟ ਕਰਕੇ ਚੋਣ ਕਮਿਸ਼ਨ ਦੇ ਵੱਲੋਂ ਹੋਰ ਰਿਆਇਤ ਦਿੱਤੀ ਗਈ ਕਿ ਇੱਕ ਉਮੀਦਵਾਰ 28 ਲੱਖ ਦੀ ਬਜਾਏ 40 ਲੱਖ ਰੁਪਈਆ ਖਰਚ ਸਕਦਾ ਹੈ। ਇਹਨਾਂ ਮਹਿੰਗੇ ਚੋਣ ਪ੍ਰਚਾਰਾਂ ਦੇ ਉੱਤੇ ਚਾਹੇ ਜਿਸ ਦੇ ਵਿੱਚ तमाम ਤਰ੍ਹਾਂ ਦੇ ਖਰਚੇ ਹੁੰਦੇ ਨੇ, ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਜਿਨ੍ਹਾਂ ਦੇ ਹਮੇਸ਼ਾ ਚਰਚਾ ਹੁੰਦੀ ਹੈ ਕਿ ਉਹਨਾਂ ਦਾ ਪੰਜਾਬ ਦੇ ਵਿੱਚ ਵੱਡਾ ਕਾਰੋਬਾਰ ਹੈ, ਚਾਹੇ ਉਹ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਮਿਹਨਤ ਦੇ ਆਧਾਰ ਤੇ ਬਣਾਇਆ ਹੈ, ਤਾਂ ਕੀ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੇਕਰ ਉਹਨਾਂ ਨੇ ਚੋਣ ਲੜਨੀ ਸੀ ਤਾਂ ਉਹਨਾਂ ਨੂੰ ਪਾਰਟੀ ਤੋਂ ਫੰਡ ਲੈਣ ਦੀ ਜ਼ਰੂਰਤ ਮਹਿਸੂਸ ਕਿਉਂ ਹੋਈ, ਬਾਕੀ ਉਮੀਦਵਾਰਾਂ ਨੂੰ ਇਹ ਫੰਡ ਨਹੀਂ ਦਿੱਤਾ ਗਿਆ। ਹੁਣ ਤੁਹਾਡੇ ਮਨ ਵਿੱਚ ਇੱਕ ਸਵਾਲ ਇਹ ਵੀ ਹੋ ਸਕਦਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਹੈ ਔਰ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚੋਂ ਜੇਕਰ ਫੰਡ ਵਰਤਿਆ ਤੇ ਇਸ ਦੇ ਵਿੱਚ ਗੁਨਾਹ ਕੀ ਹੋ ਗਿਆ। ਸਵਾਲ ਇਹ ਨਹੀਂ ਹੈ ਕਿ ਉਹਨਾਂ ਨੇ ਗੁਨਾਹ ਕੀਤਾ, ਸਵਾਲ ਇਹ ਹੈ ਕਿ 97 ਉਮੀਦਵਾਰਾਂ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਹਨਾਂ 2 ਉਮੀਦਵਾਰਾਂ ਨੂੰ ਹੀ ਕੇਵਲ ਇਹ ਫੰਡ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜਾਰੀ ਕੀਤਾ ਗਿਆ। ਹਾਲਾਂਕਿ ਅੰਦਰੋਂ ਅੰਦਰੀ ਇਸ ਗੱਲ ਦੇ ਉੱਤੇ ਬਹੁਤ ਸਾਰੇ ਹੋਰ ਉਮੀਦਵਾਰ ਜਿਹੜੇ ਚਾਹੁੰਦੇ ਸੀ ਕਿ ਸਾਨੂੰ ਵੀ ਫੰਡ ਦਿੱਤਾ ਜਾਵੇ ਚੋਣ ਲੜਨ ਦੇ ਲਈ, ਉਹ ਖੁੱਲ੍ਹ ਕੇ ਬੋਲ ਤਾਂ ਨਹੀਂ ਸਕੇ, ਚਾਹੇ ਉਹਨਾਂ ਦੀ ਸਿਆਸੀ ਤੌਰ ਦੇ ਉੱਤੇ ਕੋਈ ਵੀ ਮਜਬੂਰੀ ਹੋਵੇ। ਪਰ ਜਿਹੜੀ ਇਹ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਤੋਂ ਇਹ ਸਵਾਲ ਅਸੀਂ ਸ਼ੁਰੂਆਤ ਦੇ ਵਿੱਚ ਜਿਵੇਂ ਕਿਹਾ ਕਿ ਕੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇੰਨੇ ਗਰੀਬ ਹੋ ਗਏ ਨੇ ਕਿ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਕਿ ਉਹ ਚੋਣ ਲੜਨ ਦੇ ਲਈ ਵੀ ਉਹਨਾਂ ਨੂੰ ਪਾਰਟੀ ਤੋਂ ਫੰਡ ਲੈਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।